Hello students, I am Sukhvinder from Department of Economics, GGDST College हरियाणा ਹੁਸ਼ਿਆਰਪੁਰ। ਅੱਜ ਇਸ ਲੈਕਚਰ ਵਿੱਚ ਅਸੀਂ ਸੋਰਸਸ ਆਫ ਪਬਲਿਕ ਡੈਟ ਸਰਵਜਨਕ ਰਿਣ ਦੇ ਸੋਰਸ ਜਿਹੜੇ ਉਹ ਕਰਨ ਜਾ ਰਹੇ ਹਾਂ। ਪਬਲਿਕ ਡੈਟ ਜੋ ਜਿਵੇਂ ਅਸੀਂ ਲਾਸਟ ਲੈਕਚਰਸ ਦੇ ਵਿੱਚ ਕਰ ਚੁੱਕੇ ਹਾਂ ਕਿ ਜਦੋਂ ਸਰਕਾਰਾਂ ਦਾ ਘਾਟੇ ਦਾ ਬਜਟ ਆਉਂਦਾ, ਜਦੋਂ ਸਰਕਾਰ ਦੀ ਆਮਦਨ ਸਰਕਾਰ ਦੇ ਖਰਚ ਤੋਂ ਘੱਟ ਰਹਿ ਜਾਂਦੀ ਆ ਤੇ ਇਸ ਗੈਪ ਨੂੰ ਆਮਦਨ ਤੇ ਖਰਚ ਦੇ ਇਸ ਗੈਪ ਨੂੰ ਪੂਰਾ ਕਰਨ ਦੇ ਲਈ ਸਰਕਾਰਾਂ ਆਮ ਕਰਕੇ ਲੋਨ ਲੈਂਦੀਆਂ, ਜਿਸ ਨੂੰ ਜਦੋਂ ਸਰਕਾਰਾਂ ਲੋਨ ਲੈਂਦੀਆਂ ਉਸ ਨੂੰ ਅਸੀਂ ਪਬਲਿਕ ਡੈਟ ਕਹਿੰਦੇ ਹਾਂ, ਸਰਵਜਨਕ ਰਿਣ ਕਹਿ ਦਿੰਦੇ ਆ। ਔਰ ਸਰਵਜਨਕ ਰਿਣ ਕਿਉਂਕਿ ਸਰਕਾਰਾਂ ਆਪਣੇ ਘਾਟੇ ਨੂੰ ਪੂਰਾ ਕਰਨ ਦੇ ਲਈ ਮਜਬੂਰ ਹੁੰਦੀਆਂ, ਕਿਉਂਕਿ ਉਹਨਾਂ ਨੇ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ ਵੈਲਫੇਅਰ ਦੇ ਬਹੁਤ ਸਾਰੇ ਕੰਮ ਕਰਨੇ ਹੁੰਦੇ ਆ, ਡਿਵੈਲਪਮੈਂਟ ਦੇ ਬਹੁਤ ਸਾਰੇ ਕੰਮ ਕਰਨੇ ਹੁੰਦੇ ਆ, ਐਂਡ ਬਹੁਤ ਸਾਰੀਆਂ ਨੈਚੁਰਲ ਕਲਾਈਮਿਟੀਜ਼ ਵੀ ਆ ਜਾਂਦੀਆਂ ਜਿਨ੍ਹਾਂ ਦੇ ਨਾਲ ਨਜਿੱਠਣਾ ਹੁੰਦਾ, ਅਤੇ ਲੋਕਾਂ ਨੂੰ ਬਹੁਤ ਸਾਰੀਆਂ ਸਬਸਿਡੀਜ਼, ਬਹੁਤ ਸਾਰੀਆਂ ਹੋਰ ਸਬਸਿਡੀਜ਼ ਦੇਣੀਆਂ ਹੁੰਦੀਆਂ। ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰਨ ਦੇ ਲਈ, ਪ੍ਰਾਈਵੇਟ ਸੈਕਟਰ ਨੂੰ ਇਨਵੈਸਟਮੈਂਟ ਕਰਨ ਦੇ ਲਈ, ਇੰਡਿਊਸ ਕਰਨ ਲਈ, ਪ੍ਰੇਰਿਤ ਕਰਨ ਲਈ ਪਹਿਲਾਂ ਪਬਲਿਕ ਸੈਕਟਰ ਜਿਹੜਾ ਉਹਨੇ ਇਨਵੈਸਟਮੈਂਟ ਕਰਨੀ ਹੁੰਦੀ ਹੈ। ਬੇਸਿਕ ਇਨਫਰਾਸਟਰਕਚਰ ਜਿਹੜਾ ਉਹ ਵੀ ਪ੍ਰੋਵਾਈਡ ਕਰਨਾ ਹੁੰਦਾ, ਉਹਦੇ ਲਈ ਸਰਕਾਰਾਂ ਨੂੰ ਬਹੁਤ ਜ਼ਿਆਦਾ ਇਨਕਮ ਦੀ ਲੋੜ ਹੁੰਦੀ ਹੈ। ਅਤੇ ਜੇਕਰ ਸਰਕਾਰ ਦੀ ਇਨਕਮ ਘੱਟ ਰਹਿ ਜਾਂਦੀ ਆ ਤਾਂ ਸਰਕਾਰ ਆਪਣੇ ਖਰਚੇ ਨੂੰ ਨਹੀਂ ਘਟਾਉਂਦੀ, ਉਹ ਆਪਣਾ ਖਰਚਾ ਲੋਨ ਲੈ ਕੇ, ਰਿਣ ਲੈ ਕੇ ਪੂਰਾ ਕਰਦੀ ਹੈ। ਇਸ ਨੂੰ ਸਰਵਜਨਕ ਰਿਣ ਕਿਹਾ ਜਾਂਦਾ। ਜਦੋਂ ਸਰਕਾਰਾਂ ਰਿਣ ਲੈਂਦੀਆਂ ਅਤੇ ਸਰਕਾਰਾਂ ਕਿੱਥੋਂ ਕਿੱਥੋਂ ਰਿਣ ਲੈਂਦੀਆਂ, ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਸਰੋਤ ਆ। ਇੰਟਰਨਲ ਸੋਰਸਸ ਅੰਦਰੂਨੀ ਸਰੋਤ, ਅੰਦਰੂਨੀ ਸੋਮੇ। ਐਕਸਟਰਨਲ ਸੋਰਸਸ ਬਾਹਰੀ ਸਰੋਤ, ਬਾਹਰੀ ਸੋਮੇ। ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਜਦੋਂ ਸਰਕਾਰਾਂ ਲੋਨ ਲੈਂਦੀਆਂ, ਜਦੋਂ ਸਰਕਾਰਾਂ ਦੇਸ਼ ਦੀ ਸੀਮਾ ਦੇ ਅੰਦਰੋਂ ਲੋਨ ਲੈਂਦੀਆਂ ਤਾਂ ਉਸ ਨੂੰ ਘਰੇਲੂ ਸੋਮਿਆਂ ਤੋਂ ਲਿਆ ਗਿਆ ਸਰਵਜਨਕ ਰਿਣ ਕਿਹਾ ਜਾਂਦਾ। ਇਸ ਤਰ੍ਹਾਂ ਦਾ ਰਿਣ ਜਦੋਂ ਸਰਕਾਰਾਂ ਨੇ ਦੇਸ਼ ਦੇ ਅੰਦਰੋਂ ਹੀ ਲਿਆ ਹੁੰਦਾ ਤਾਂ ਇਹਦੀ ਜਿਹੜੀ ਵਾਪਸੀ ਆ ਇਹ ਆਪਣੀ ਕਰੰਸੀ ਦੇ ਵਿੱਚ, ਆਪਣੀ ਮੁਦਰਾ ਦੇ ਵਿੱਚ ਹੀ ਹੁੰਦੀ ਹੈ, ਅਤੇ ਇਹਦਾ ਜਿਹੜਾ ਵਿਆਜ ਆ ਉਹ ਵੀ ਆਪਣੀ ਮੁਦਰਾ ਦੇ ਵਿੱਚ ਹੀ। ਇਹ ਰਿਣ ਜਦੋਂ ਲਿਆ ਜਾਂਦਾ, ਦੇਸ਼ ਦੇ ਅੰਦਰੋਂ ਜਦੋਂ ਰਿਣ ਲਿਆ ਜਾਂਦਾ ਘਰੇਲੂ ਮੁਦਰਾ ਦੇ ਵਿੱਚ ਲਿਆ ਜਾਂਦਾ, ਅਤੇ ਘਰੇਲੂ ਕਰੰਸੀ ਹੈ ਜਿਹੜੀ ਉਹਦੇ ਵਿੱਚ ਹੀ ਰੇਟ ਆਫ ਇੰਟਰਸਟ ਦੀ ਕੈਲਕੂਲੇਸ਼ਨ ਕਰਕੇ ਵਾਪਸ ਕੀਤਾ ਜਾਂਦਾ। ਅਤੇ ਹੁਣ ਇੱਥੇ ਮੈਂ ਫਿਰ ਦੱਸਦੀ ਹਾਂ ਕਿ ਸਰਕਾਰਾਂ ਇਸ ਤਰ੍ਹਾਂ ਡਾਇਰੈਕਟ ਲੋਨ ਕਦੇ ਵੀ ਨਹੀਂ ਲੈਂਦੀਆਂ। ਸਰਕਾਰਾਂ NSEs ਜਾਂ ਹੋਰ ਜਿਹੜੀਆਂ ਸਿਕਿਉਰਿਟੀਜ਼ ਆ ਉਹਨਾਂ ਨੂੰ ਵੇਚ ਕੇ ਉਹਨਾਂ ਦੇ ਥਰੂ ਲੋਨ ਲੈਂਦੀਆਂ ਆਮ ਲੋਕਾਂ ਤੋਂ। ਜਿਹੜਾ ਫਸਟ ਹੈ ਬੋਰੋਵਿੰਗ ਫਰੋਮ ਇੰਡੀਵਿਜੂਅਲਸ, ਦੇਸ਼ ਦੇ ਅੰਦਰ ਰਹਿਣ ਵਾਲੇ ਲੋਕਾਂ ਤੋਂ ਆਪਣੇ ਆਮਦਨ ਦੇ ਘਾਟੇ ਨੂੰ, ਆਮਦਨ ਅਤੇ ਖਰਚ ਵਿਚਲੇ ਗੈਪ ਨੂੰ ਪੂਰਾ ਕਰਨ ਲਈ ਸਰਕਾਰ ਲੋਨ ਲੈਂਦੀ ਹੈ। ਉਹ ਕੀ ਕਰਦੀ ਹੈ, ਓਪਨ ਮਾਰਕੀਟ ਦੇ ਵਿੱਚ, ਖੁੱਲ੍ਹੇ ਬਾਜ਼ਾਰ ਦੇ ਵਿੱਚ ਸਿਕਿਉਰਿਟੀਜ਼ ਨੂੰ ਵੇਚ ਦਿੰਦੀ ਹੈ। ਇਹ ਸਿਕਿਉਰਿਟੀਜ਼ ਜਿਹੜੀਆਂ ਇਹ ਆਮ ਲੋਕ ਖਰੀਦ ਲੈਂਦੇ ਆ। ਇਸ ਤਰ੍ਹਾਂ ਆਮ ਲੋਕਾਂ ਦੀ ਮੁਦਰਾ ਸਰਕਾਰ ਦੇ ਕੋਲ ਚਲੀ ਜਾਂਦੀ ਹੈ, ਜਿਸ ਨੂੰ ਸਰਕਾਰ ਬਾਅਦ ਵਿੱਚ ਰੇਟ ਆਫ ਇੰਟਰਸਟ ਐਡ ਕਰਕੇ ਉਸ ਦੇ ਵਿੱਚ ਲੋਕਾਂ ਨੂੰ ਵਾਪਸ ਕਰਦੀ ਹੈ। ਔਰ ਇਸ ਤਰ੍ਹਾਂ ਸਰਕਾਰ ਲੋਕਾਂ ਤੋਂ ਲੋਨ ਲੈ ਸਕਦੀ ਹੈ, ਪ੍ਰਾਈਵੇਟ ਇੰਡੀਵਿਜੂਅਲਸ ਤੋਂ, ਆਮ ਲੋਕਾਂ ਤੋਂ ਦੇਸ਼ ਦੇ ਅੰਦਰੋਂ ਹੀ ਸਰਕਾਰਾਂ ਲੋਨ ਲੈਂਦੀਆਂ। ਇਹ ਅੰਦਰੂਨੀ ਸੋਮਾ। ਦੂਸਰਾ ਅੰਦਰੂਨੀ ਸੋਮਾ, ਇੰਟਰਨਲ ਸੋਰਸ, ਜਿਹੜਾ ਜਿਹ ਤੋਂ ਬੈਂਕਾਂ ਲੋਨ ਲੈ ਸਕਦੀਆਂ, ਉਹ ਹੈਗਾ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਬੈਂਕਸ ਵੀ ਸਰਵਜਨਕ ਰਿਣ ਦੇ ਲਈ ਇੱਕ ਮਹੱਤਵਪੂਰਨ ਸਰੋਤ ਆ। ਓਪਨ ਮਾਰਕੀਟ ਦੇ ਵਿੱਚ ਮਨੁੱਖਾਂ ਦੀ ਤਰ੍ਹਾਂ ਹੀ, ਆਮ ਲੋਕਾਂ ਦੀ ਤਰ੍ਹਾਂ, ਆਮ ਇੰਡੀਵਿਜੂਅਲਸ ਦੀ ਤਰ੍ਹਾਂ ਹੀ ਕਮਰਸ਼ੀਅਲ ਬੈਂਕਸ ਵੀ NSEs ਖਰੀਦਦੇ ਆ ਅਤੇ ਗੌਰਮੈਂਟ ਬੌਂਡਸ ਖਰੀਦਦੇ ਆ। ਇਹਦੇ ਤੋਂ ਇਲਾਵਾ ਸਾਖ ਨਿਰਮਾਣ ਪ੍ਰਕਿਰਿਆ ਰਾਹੀਂ ਵੀ ਵਾਧੂ ਖਰੀਦ ਸ਼ਕਤੀ ਪੈਦਾ ਕਰਦੇ ਆ ਕਮਰਸ਼ੀਅਲ ਬੈਂਕਸ। ਇਸ ਤੋਂ ਇਲਾਵਾ ਜਿਹੜਾ ਤੀਸਰਾ ਸੋਰਸ ਆ, ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਇੱਕ ਤਾਂ ਬੈਂਕਿੰਗ ਇੰਸਟੀਟਿਊਸ਼ਨਸ ਹੋ ਗਏ, ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੋ ਗਏ, ਪਰ ਕੁਝ ਇੱਕ ਇੰਸਟੀਟਿਊਸ਼ਨਸ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੁੰਦੇ ਆ ਜਿਹੜੇ ਬੈਂਕਾਂ ਦੀ ਤਰ੍ਹਾਂ ਕੰਮ ਕਰਦੇ ਆ ਪਰ ਬੈਂਕਾਂ ਨਹੀਂ ਹੁੰਦੇ। ਅਸਲ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਸ਼ਡਿਊਲ 2 ਦੇ ਅੰਡਰ ਜਿਹੜੇ ਆਉਂਦੇ ਨੇ ਉਹ ਕਮਰਸ਼ੀਅਲ ਬੈਂਕਸ ਹੁੰਦੇ ਨੇ, ਪਰ ਜਿਹੜੇ ਉਸ ਐਕਟ ਦੇ ਸ਼ਡਿਊਲ 2 ਦੇ ਵਿੱਚ ਨਹੀਂ ਆਉਂਦੇ, ਰਿਜ਼ਰਵ ਬੈਂਕ ਆਫ ਇੰਡੀਆ ਐਕਟ ਸ਼ਡਿਊਲ 2 ਦੇ ਵਿੱਚ ਨਹੀਂ ਆਉਂਦੇ, ਉਹ ਜਿਹੜੇ ਆ ਬੈਂਕ ਨਹੀਂ ਹੁੰਦੇ, ਉਹਨਾਂ ਨੂੰ ਅਸੀਂ ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕਹਿ ਦਿੰਦੇ ਆ। ਉਹਨਾਂ ਤੋਂ ਵੀ ਸਰਕਾਰਾਂ ਆਮ ਕਰਕੇ ਸਰਵਜਨਕ ਰਿਣ ਜਿਹੜਾ ਪ੍ਰਾਪਤ ਕਰਦੀਆਂ, ਲਾਈਕ ਲਾਈਫ ਇੰਸ਼ੋਰੈਂਸ ਕੰਪਨੀਜ਼ ਅਤੇ ਕੁਝ ਹੋਰ ਟਰਸਟਸ, ਕੁਝ ਹੋਰ ਸੰਸਥਾਵਾਂ ਜਿਨ੍ਹਾਂ ਤੋਂ ਸਰਕਾਰਾਂ ਲੋਨ ਲੈਂਦੀਆਂ। ਅਤੇ ਤੀਸਰਾ ਜਿਹੜਾ ਚੌਥਾ ਸੋਰਸ ਹੈ ਉਹ ਹੈਗਾ ਸੈਂਟਰਲ ਬੈਂਕ। ਕਿਸੇ ਵੀ ਦੇਸ਼ ਦੀ ਸੈਂਟਰਲ ਬੈਂਕ, ਜਿੱਦਾਂ ਰਿਜ਼ਰਵ ਬੈਂਕ ਆਫ ਇੰਡੀਆ, ਸਰਕਾਰਾਂ ਇਹਨਾਂ ਬੈਂਕਾਂ ਤੋਂ ਵੀ, ਕੇਂਦਰੀ ਬੈਂਕਾਂ ਤੋਂ ਵੀ ਆਪਣੇ ਆਮਦਨ ਅਤੇ ਖਰਚ ਵਿਚਲੇ ਗੈਪ ਨੂੰ ਪੂਰਾ ਕਰਨ ਦੇ ਲਈ, ਆਪਣੇ ਆਮਦਨ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ, ਆਪਣੇ ਖਰਚ ਨੂੰ ਪੂਰਾ ਕਰਨ ਦੇ ਲਈ ਲੋਨ ਲੈ ਲੈਂਦੀਆਂ। ਅਤੇ ਇਹ ਸੈਂਟਰਲ ਬੈਂਕ ਬਜਟ ਦੇ ਘਾਟੇ ਨੂੰ ਪੂਰਾ ਕਰਨ ਲਈ ਕੋਸ਼ ਜਿਹੜਾ ਉਹ ਗੌਰਮੈਂਟਸ ਨੂੰ ਦਿੰਦਾ।
ਅਤੇ ਨੈਕਸਟ ਹੈਗਾ ਐਕਸਟਰਨਲ ਸੋਰਸਿਸ, ਬਾਹਰੀ ਸਰੋਤ। ਹੁਣ ਜੇਕਰ ਅੰਦਰੂਨੀ ਸਰੋਤਾਂ ਤੋਂ ਪ੍ਰਾਪਤ ਆਮਦਨ, ਅੰਦਰੂਨੀ ਸਰੋਤਾਂ ਤੋਂ ਪ੍ਰਾਪਤ ਰਿਣ ਦੇ ਨਾਲ ਸਰਕਾਰ ਦਾ ਗੁਜ਼ਾਰਾ ਨਾ ਹੋਵੇ, ਉਹ ਕੰਮ ਜਿਹੜੇ ਸਰਕਾਰ ਕਰਨੇ ਚਾਹੁੰਦੀ ਆ, ਵੈਲਫੇਅਰ ਦੀਆਂ ਉਹ ਐਕਟੀਵਿਟੀਜ਼ ਜੋ ਸਰਕਾਰ ਕਰਨੀਆਂ ਚਾਹੁੰਦੀ ਆ ਉਹ ਨਾ ਹੋ ਸਕਣ, ਤਾਂ ਸਰਕਾਰਾਂ ਦੇਸ਼ ਤੋਂ ਬਾਹਰੋਂ ਵੀ ਲੋਨ ਪ੍ਰਾਪਤ ਕਰ ਸਕਦੀਆਂ। ਆਪਣੇ ਸੁਰੱਖਿਆ ਖਰਚ ਨੂੰ ਪੂਰਾ ਕਰਨਾ ਜਿਵੇਂ ਬਹੁਤ ਜ਼ਰੂਰੀ ਹੁੰਦਾ, ਅਤੇ ਇਹੋ ਜਿਹੇ ਕੇਸਿਸ ਦੇ ਵਿੱਚ ਤਾਂ ਆਮ ਕਰਕੇ ਸਰਕਾਰਾਂ ਜੇ ਅੰਦਰੂਨੀ ਸੋਰਸਿਸ ਤੋਂ ਪ੍ਰਾਪਤ ਰਿਣ ਕਾਫੀ ਮਾਤਰਾ ਵਿੱਚ ਨਹੀਂ ਹੁੰਦਾ ਤਾਂ ਬਾਹਰਲੀ ਸਰੋਤਾਂ ਤੋਂ ਵੀ ਆਮਦਨ ਜਿਹੜਾ ਰਿਣ ਆ ਉਹ ਪ੍ਰਾਪਤ ਕਰ ਲੈਂਦੀਆਂ। ਇਹਨਾਂ ਦੇ ਵਿੱਚ ਜਿਹੜਾ ਮੁੱਖ ਸਰੋਤ ਹੈ ਉਹ ਹੈਗਾ, ਪਰ ਇੱਥੇ ਇੱਕ ਗੱਲ ਇਹ ਕਰਨੀ ਜ਼ਰੂਰੀ ਹੈ ਕਿ ਇਹ ਜਿਹੜਾ ਰਿਣ ਹੈ ਇਹ ਆਪਣੀ ਕਰੰਸੀ ਦੇ ਵਿੱਚ ਨਹੀਂ ਲਿਆ ਜਾਂਦਾ, ਅਤੇ ਇਹਦੀ ਪੇਮੈਂਟ ਵੀ ਹੈ ਜਿਹੜੀ ਆਪਣੀ ਕਰੰਸੀ ਦੇ ਵਿੱਚ ਨਹੀਂ ਕੀਤੀ ਜਾਂਦੀ। ਔਰ ਇਹਦੇ ਜਿਹੜੇ ਮੇਨ ਸਰੋਤ ਆ ਜਿਨ੍ਹਾਂ ਤੋਂ ਇਹ ਲਿਆ ਜਾਂਦਾ, ਫਸਟ ਹੈਗਾ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਕੁਝ ਇੱਕ ਅੰਤਰਰਾਸ਼ਟਰੀ ਵਿੱਤ ਸੰਸਥਾਵਾਂ ਹੈ ਜਿਵੇਂ ਇੰਟਰਨੈਸ਼ਨਲ ਮੋਨੇਟਰੀ ਫੰਡ IMF, ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਅੰਤਰਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ IBRD, ਜਾਂ ਜਿਸ ਨੂੰ ਆਪਾਂ ਵਰਲਡ ਬੈਂਕ ਵੀ ਕਹਿ ਦਿੰਦੇ ਹਾਂ, ਅੰਤਰਰਾਸ਼ਟਰੀ ਵਿਕਾਸ ਏਜੰਸੀ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ IDA, ਏਸ਼ੀਅਨ ਵਿਕਾਸ ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ ADB। ਇਹੋ ਜਿਹੇ ਕੁਛ ਇੰਸਟੀਟਿਊਸ਼ਨਸ ਆ ਇੰਟਰਨੈਸ਼ਨਲ ਲੈਵਲ 'ਤੇ ਜਿਨ੍ਹਾਂ ਤੋਂ ਸਰਕਾਰਾਂ ਲੋਨ ਪ੍ਰਾਪਤ ਕਰਦੀਆਂ ਅਤੇ ਆਪਣੇ ਘਾਟਿਆਂ ਨੂੰ ਪੂਰਾ ਕਰਦੀਆਂ। ਇਸ ਤੋਂ ਇਲਾਵਾ ਜਿਹੜਾ ਨੈਕਸਟ ਸੋਰਸ ਹੈਗਾ ਐਕਸਟਰਨਲ, ਉਹ ਹੈਗਾ ਫਰੈਂਡਲੀ ਨੇਸ਼ਨਸ। ਜਿਨ੍ਹਾਂ ਦੇਸ਼ਾਂ ਦੇ ਨਾਲ ਸਾਡੇ ਦੇਸ਼ ਦੀਆਂ ਸਰਕਾਰਾਂ ਦੇ, ਜਾਂ ਜਿਨ੍ਹਾਂ ਦੇਸ਼ਾਂ ਦੇ ਸਾਡੇ ਦੇਸ਼ ਦੇ ਨਾਲ ਬਹੁਤ ਵਧੀਆ ਫਰੈਂਡਲੀ ਰਿਲੇਸ਼ਨਸ ਹੈਗੇ ਆ, ਸਰਕਾਰਾਂ ਉਹਨਾਂ ਦੇਸ਼ਾਂ ਤੋਂ ਵੀ ਲੋਨ ਜਿਹੜਾ ਲੈ ਲੈਂਦੀਆਂ ਔਰ ਆਪਣੇ ਬਜਟ ਦੇ ਘਾਟੇ ਨੂੰ ਪੂਰਾ ਕਰਕੇ ਆਪਣੀਆਂ ਜਿਹੜੀਆਂ ਐਕਟੀਵਿਟੀਜ਼ ਨੂੰ ਕੰਟੀਨਿਊ ਰੱਖ ਸਕਦੀਆਂ। ਇਹ ਸੀ ਐਕਸਟਰਨਲ ਅਤੇ ਇੰਟਰਨਲ, ਅੰਦਰੂਨੀ ਅਤੇ ਬਾਹਰੀ, ਇੰਟਰਨਲ ਅਤੇ ਐਕਸਟਰਨਲ ਸਰੋਤ ਜਿਨ੍ਹਾਂ ਤੋਂ ਸਰਕਾਰਾਂ ਆਮ ਕਰਕੇ ਕਰਜ਼ੇ ਲੈਂਦੀਆਂ ਅਤੇ ਆਪਣੇ ਬਜਟ ਦੇ ਘਾਟੇ ਨੂੰ ਪੂਰਾ ਕਰਕੇ ਆਪਣੇ ਖਰਚਿਆਂ ਨੂੰ ਪੂਰਾ ਕਰਦੀਆਂ, ਜਿਹਦੇ ਨਾਲ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ ਕਿਤੇ ਵੀ ਕੋਈ ਰੁਕਾਵਟ ਨਾ ਆਵੇ। ਨੈਕਸਟ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮੱਚ।